महा कार्टून टीवी। ਕੁਨਾਲ ਆਪਣੇ ਮਾਤਾ-ਪਿਤਾ ਤੇ ਦਾਦੀ ਨਾਲ ਰਹਿੰਦਾ ਸੀ। ਕੁਨਾਲ ਹੁਣੇ ਕਾਲਜ ਦੇ ਫਸਟ ਈਅਰ ਵਿੱਚ ਹੀ ਸੀ ਅਤੇ ਸਰਦੀਆਂ ਦੀ ਛੁੱਟੀਆਂ ਚੱਲਦੀ ਪਈ ਸੀ ਤੇ ਉਹਨੇ ਆਪਣੀ ਫੈਮਿਲੀ ਨਾਲ ਇਹ ਸਮਾਂ ਬਿਤਾਉਣ ਦਾ ਫੈਸਲਾ ਲਿੱਤਾ। ਉਹ ਸਾਰਾ ਦਿਨ ਮਾਂ ਅਤੇ ਦਾਦੀ ਨਾਲ ਹੀ ਰਹਿੰਦਾ ਸੀ। ਉਹਦੇ ਪਿਤਾ ਵੀ ਆ ਕੇ ਉਹਦੀ ਟੀਮ ਨੂੰ ਜੁਆਇਨ ਕਰ ਲੈਂਦੇ ਸੀ। ਕੁਨਾਲ ਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਪਈ ਸੀ ਕਿ ਉਹਦੇ ਮਾਤਾ-ਪਿਤਾ ਅਤੇ ਦਾਦੀ ਘਰ ਦੇ ਇੱਕ ਕਮਰੇ 'ਚ ਬੈਠ ਕੇ ਕਰਦੇ ਕੀ ਸੀ। ਉੱਥੇ ਹੀ ਜਦੋਂ ਆਪਣੇ ਪਿਤਾ ਨੂੰ ਉਹਦੇ ਬਾਰੇ 'ਚ ਪੁੱਛਿਆ ਕਰਦਾ ਤੇ ਤੈਨੂੰ ਕਿੰਨੀ ਵਾਰੀ ਕਿਹਾ ਹੈ ਕਿ ਤੂੰ ਨਹੀਂ ਜਾ ਸਕਦਾ, ਗੱਲ ਸਮਝ ਨਹੀਂ ਆਉਂਦੀ ਤੈਨੂੰ। ਪਿਤਾ ਨੂੰ ਗੁੱਸੇ 'ਚ ਵੇਖ ਕੇ ਕੁਨਾਲ ਡਰ ਗਿਆ। ਉਹਦੇ ਪਿਤਾ ਨੇ ਅੱਜ ਤੱਕ ਉਹਦੇ ਨਾਲ ਇੰਨੇ ਗੁੱਸੇ 'ਚ ਗੱਲ ਨਹੀਂ ਕੀਤੀ ਸੀ। ਕਈ ਦਿਨ ਲੰਘ ਗਏ ਪਰ ਉਹਨੂੰ ਅੱਜ ਤੱਕ ਸਮਝ ਹੀ ਨਹੀਂ ਲੱਗੀ ਕਿ ਉਹਦੇ ਪਰਿਵਾਰ ਵਾਲੇ ਉਸ ਕਮਰੇ 'ਚ ਕਰਦੇ ਕੀ ਹੈ। ਇੱਕ ਦਿਨ ਜਦੋਂ ਕੋਈ ਘਰ ਨਹੀਂ ਸੀ ਤੇ ਉਹਨੇ ਉਸ ਕਮਰੇ 'ਚ ਜਾਣ ਦੀ ਸੋਚੀ। ਕਮਰੇ 'ਚ ਵੜਦੇ ਹੀ ਕੁਨਾਲ ਨੇ ਜੋ ਵੇਖਿਆ ਉਹ ਵੇਖ ਕੇ ਉਹ ਹੈਰਾਨ ਹੋ ਗਿਆ। ਇਹ ਸਭ ਕੀ ਹੈ? ਕਮਰੇ 'ਚ ਘੁੱਪ ਹਨੇਰਾ ਸੀ। ਉਹਨੇ ਦਿਨ ਦੀ ਥੋੜੀ ਬਹੁਤ ਰੋਸ਼ਨੀ ਨਾਲ ਹੀ ਕਮਰੇ ਦੀ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ। ਉਹਨੂੰ ਕਮਰੇ 'ਚ ਚਾਰੇ ਪਾਸੇ ਕੱਚ ਦੇ ਟੁਕੜੇ ਹੀ ਦਿਖਾਈ ਦਿੱਤੇ। ਕਮਰੇ ਦੇ ਬਿਸਤਰ ਤੇ ਖੂਨ ਲੱਗਿਆ ਹੋਇਆ ਸੀ। ਕਮਰੇ 'ਚ ਇਸ ਤਰ੍ਹਾਂ ਦੀ ਬੋ ਆ ਰਹੀ ਸੀ ਜਿਵੇਂ ਕਿ ਮੰਨੋ ਕਿਸੇ ਨੂੰ ਉਹਦੇ 'ਚ ਕੈਦ ਕਰਕੇ ਰੱਖਿਆ ਹੋਵੇ। ਕੁਨਾਲ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹਦੇ ਘਰ 'ਚ ਇਸ ਤਰ੍ਹਾਂ ਦਾ ਡਰਾਵਨਾ ਕਮਰਾ ਵੀ ਹੈ। ਆਪਣੀ ਅੱਖਾਂ ਚਾਰੇ ਪਾਸੇ ਘੁਮਾਉਣ ਤੋਂ ਬਾਅਦ ਉਹਨੂੰ ਕਮਰੇ 'ਚ ਕੋਈ ਨਾ ਵਿਖਿਆ। ਰਾਤ ਹੋ ਗਈ ਸੀ। ਉਹਨੂੰ ਆਪਣੇ ਪਿਤਾ ਦੀ ਗੱਡੀ ਦੀ ਆਵਾਜ਼ ਸੁਣਾਈ ਦਿੱਤੀ, ਜਿਹਦੇ ਬਾਅਦ ਉਹਨੇ ਕਮਰੇ 'ਚੋਂ ਨਿਕਲਣਾ ਹੀ ਸਹੀ ਸਮਝਿਆ। कुणाल, तो ठीक तो है ना? हाँ जी, मैं ठीक हाँ। लग तो नहीं रहा। ਉਹ ਠੰਡ ਬਹੁਤ ਹੈ ਤਾਂ ਮੈਂ ਸੋਚਿਆ ਥੋੜੀ ਐਕਸਰਸਾਈਜ਼ ਹੀ ਕਰ ਲਵਾਂ, ਤਾਂ ਬਸ ਇਸੇ ਲਈ ਆ ਗਿਆ। ਕੁਨਾਲ ਦੇ ਪਿਤਾ ਨੂੰ ਆਪਣੇ ਪੁੱਤਰ ਤੇ ਯਕੀਨ ਹੋ ਗਿਆ ਸੀ। ਉਹ ਆਪਣੀ ਪਤਨੀ ਅਤੇ ਮਾਂ ਦੇ ਨਾਲ ਫਿਰ ਤੋਂ ਉਸ ਅਣਜਾਣ ਜਿਹੇ ਕਮਰੇ ਦੇ ਵਿੱਚ ਚਲੇ ਗਏ। ਇਹ ਵੇਖ ਕੇ ਕੁਨਾਲ ਭੱਜਦਾ ਹੋਇਆ ਆਪਣੇ ਕਮਰੇ ਦੇ ਵਿੱਚ ਚਲਾ ਗਿਆ। ਕੁਨਾਲ ਦੇ ਜ਼ਿਹਨ 'ਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਪਏ ਸੀ। ਉਹਨੂੰ ਇਹ ਸਮਝ ਹੀ ਨਹੀਂ ਲੱਗ ਰਿਹਾ ਸੀ ਕਿ ਉਹਦੇ ਸਾਹਮਣੇ ਇਹ ਸਭ ਕੀ ਹੁੰਦਾ ਪਿਆ ਹੈ। ਇਹ ਸਭ ਕੀ ਹੋ ਰਿਹਾ ਹੈ? ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ। ਆਪਣੇ ਦਿਮਾਗ 'ਚ ਚੱਲ ਰਹੀ ਇਸ ਜਹਿਦ ਵਿੱਚ ਕੁਨਾਲ ਦੀ ਅੱਖ ਲੱਗ ਗਈ ਸੀ ਅਤੇ ਉਹ ਸੋ ਗਿਆ ਸੀ। ਰਾਤ ਦੇ 3 ਵਜੇ ਉਹਨੂੰ ਕੁਝ ਆਵਾਜ਼ ਸੁਣਾਈ ਦਿੱਤੀ। तू ये नहीं कर सकती। प्लीज ऐसा ना करो। तू ये नहीं कर सकती। प्लीज ऐसा ना करो। ਵੇਖ ਪੁੱਤ, ਜੋ ਹੋ ਗਿਆ ਸੋ ਹੋ ਗਿਆ, ਹੁਣ ਜਾਣ ਵੀ ਦੇ। ਕੁਨਾਲ ਆਪਣੇ ਘਰਦਿਆਂ ਦੀ ਇਹ ਆਵਾਜ਼ ਸੁਣ ਘਬਰਾ ਗਿਆ ਅਤੇ ਸਿੱਧਾ ਆਪਣੇ ਕਮਰੇ 'ਚੋਂ ਬਾਹਰ ਭੱਜਦਾ ਹੋਇਆ ਆਇਆ। ਕੁਨਾਲ ਨੇ ਜਦੋਂ ਇੱਧਰ ਉੱਧਰ ਵੇਖਿਆ ਤੇ ਉਹਨੂੰ ਕੁਝ ਵਿਖਾਈ ਨਾ ਦਿੱਤਾ, ਪਰ ਜਦੋਂ ਉਹਨੇ ਆਵਾਜ਼ਾਂ ਧਿਆਨ ਨਾਲ ਸੁਣੀਆਂ ਤੇ
ਉਸੇ ਡਰਾਵਨੇ ਮਾਂ ਕਮਰੇ ਚੋਂ ਆ ਪਾਪਾ ਰਹੀਆਂ ਸੀ। ਤੁਸੀਂ ਠੀਕ ਤਾਂ ਹੋ? ਦਾਦੀ ਤੁਸੀਂ ਸਾਰੇ ਠੀਕ ਤਾਂ ਹੋ ਨਾ? ਕੋਈ ਕੁਝ ਬੋਲ ਕਿਉਂ ਨਹੀਂ ਰਿਹਾ? ਮਾਂ ਪਾਪਾ ਦਾਦੀ ਕੋਈ ਕੁਝ ਤਾਂ ਬੋਲੋ। ਕੋਈ ਮੈਨੂੰ ਸੁਣ ਵੀ ਰਿਹਾ ਹੈ ਜਾਂ ਨਹੀਂ? ਓਏ ਸੁਣੋ। ਓ ਪਾਪਾ ਤੁਸੀਂ ਠੀਕ ਤਾਂ ਹੋ? ਹਾਂ, ਅਤੇ ਤੂੰ ਚੁੱਪਚਾਪ ਚਲਾ ਜਾ ਅਤੇ ਇਸ ਕਮਰੇ ਦੇ ਨੇੜੇ ਤੇੜੇ ਪਟਕੇ ਵੀ ਨਾ। ਆਪਣੇ ਪਿਤਾ ਦਾ ਇੰਨਾ ਠੰਡਾ ਸੁਭਾਅ ਵੇਖ ਕੁਨਾਲ ਕੁਝ ਸਮਝ ਹੀ ਨਹੀਂ ਪਾ ਰਿਹਾ ਸੀ, ਪਰ ਆਪਣੇ ਕਮਰੇ 'ਚ ਜਾਣ ਤੋਂ ਸਿਵਾ ਉਹਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਸਵੇਰ ਹੋ ਗਈ ਸੀ ਤੇ ਕੁਨਾਲ ਆਪਣੇ ਕਮਰੇ ਚੋਂ ਬਾਹਰ ਆਇਆ। ਕੱਲ ਰਾਤ ਨੂੰ ਤੁਹਾਨੂੰ ਸਾਰਿਆਂ ਨੂੰ ਕੀ ਹੋ ਗਿਆ ਸੀ? ਕੀ ਹੋਇਆ ਪੁੱਤ? ਅਸੀਂ ਸਾਰੇ ਤਾਂ ਸੁੱਤੇ ਪਏ ਸੀ। ਹਾਂ, ਕੱਲ ਮੈਂ ਤੁਹਾਡੇ ਸਾਰਿਆਂ ਦੀ ਚੀਕਣ ਦੀ ਆਵਾਜ਼ ਸੁਣੀ ਸੀ। ਤੂੰ ਜ਼ਰੂਰ ਕੋਈ ਬੁਰਾ ਸੁਪਨਾ ਵੇਖਿਆ ਹੋਊਗਾ। ਪਰ ਪਾਪਾ ਕੱਲ ਰਾਤ ਤਾਂ ਤੁਸੀਂ ਮੇਰੇ ਨਾਲ ਗੱਲ ਵੀ ਕੀਤੀ ਸੀ। ਬੋਲਿਆ ਤਾਂ ਕਿ ਤੂੰ ਇੱਕ ਬੁਰਾ ਸੁਪਨਾ ਵੇਖਿਆ ਸੀ। ਹੁਣ ਚੁੱਪਚਾਪ ਆ ਜਾ ਅਤੇ ਨਾਸ਼ਤਾ ਕਰ ਲੈ। ਕੁਨਾਲ ਨੂੰ ਹੁਣ ਗੁੱਸਾ ਆ ਰਿਹਾ ਸੀ ਕਿ ਆਖਰ ਘਰ ਦੇ ਵਿੱਚ ਇਹ ਚੱਲ ਕੀ ਰਿਹਾ ਹੈ ਕਿ ਉਹਨੂੰ ਕੋਈ ਕੁਝ ਦੱਸਦਾ ਨਹੀਂ ਪਿਆ। ਆਪਣੀ ਸੋਚ ਤੇ ਲਗਾਮ ਲਗਾਉਂਦੇ ਹੋਏ ਉਹਨੇ ਆਪਣਾ ਧਿਆਨ ਉੱਥੋਂ ਹਟਾਉਣਾ ਹੀ ਸਹੀ ਸਮਝਿਆ। ਹੁਣ ਰਾਤ ਹੋ ਗਈ ਸੀ ਅਤੇ ਕੁਨਾਲ ਸੌਣ ਦੇ ਲਈ ਚਲਾ ਗਿਆ ਸੀ ਕਿ ਉਦੋਂ ਹੀ ਰਾਤ ਨੂੰ 3 ਵਜੇ ਉਹਨੂੰ ਆਪਣੇ ਮੰਮੀ ਡੈਡੀ ਦੇ ਰੋਣ ਦੀ ਆਵਾਜ਼ਾਂ ਆਉਣ ਲੱਗੀਆਂ। ਇਹ ਕੀ ਹੋ ਗਿਆ? ਇਹ ਕਿਵੇਂ ਹੋ ਸਕਦਾ ਹੈ? ਇਹ ਕੀ ਹੋ ਗਿਆ? ਇਹ ਕਿਵੇਂ ਹੋ ਸਕਦਾ ਹੈ? ਇਹ ਕੀ ਹੋ ਗਿਆ? ਇਦਾਂ ਤਾਂ ਅਸੀਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਆਵਾਜ਼ ਸੁਣ ਕੇ ਕੁਨਾਲ ਕਮਰੇ 'ਚੋਂ ਜਿਵੇਂ ਹੀ ਬਾਹਰ ਆਇਆ, ਉਹਨੇ ਵੇਖਿਆ ਕਿ ਉਸ ਅਣਜਾਣ ਕਮਰੇ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਅਤੇ ਆਵਾਜ਼ਾਂ ਉਸੇ ਕਮਰੇ 'ਚੋਂ ਆ ਰਹੀਆਂ ਨੇ। ਉਹਨੇ ਅੰਦਰ ਜਾਣ ਦੀ ਜਿਵੇਂ ਤਿਵੇਂ ਕਰਕੇ ਹਿੰਮਤ ਕੀਤੀ ਅਤੇ ਫਿਰ ਦਾਦੀ ਕੁਨਾਲ ਨੇ ਵੇਖਿਆ ਕਿ ਉਹਦੀ ਦਾਦੀ ਪੱਖੇ ਨਾਲ ਲਟਕੀ ਹੋਈ ਸੀ ਅਤੇ ਉਹਦੇ ਪੂਰੇ ਸਰੀਰ 'ਚ ਕੱਚ ਵੜੇ ਹੋਣ ਦੀ ਵਜ੍ਹਾ ਨਾਲ ਖੂਨ ਨਿਕਲ ਰਿਹਾ ਸੀ। ਇਹ ਵੇਖ ਕੇ ਕੁਨਾਲ ਦੇ ਰੋਂਗਟੇ ਖੜੇ ਹੋ ਗਏ ਸੀ। ਇਹ ਸਭ ਕਿਵੇਂ ਹੋ ਗਿਆ? ਮੈਂ ਤੁਹਾਡੇ ਤੋਂ ਕੁਝ ਪੁੱਛ ਰਿਹਾ ਹਾਂ। ਜੋ ਦੁਨੀਆ ਦੇ ਵਿੱਚ ਆਇਆ ਹੈ ਉਹਨੇ ਤਾਂ ਜਾਣਾ ਹੀ ਹੈ। ਪਿਤਾ ਜੀ ਇਹ ਤੁਸੀਂ ਕੀ ਕਹਿ ਰਹੇ ਹੋ? ਦਾਦੀ ਨੂੰ ਇਹੋ ਜਿਹੀ ਹਾਲਤ ਵਿੱਚ ਵੇਖ ਕੇ ਤਾਂ ਇਹ ਲੱਗ ਰਿਹਾ ਹੈ ਕਿਸੇ ਨੇ ਉਹਨਾਂ ਤੋਂ ਬਦਲਾ ਲਿਆ ਹੈ। ਚੁੱਪਚਾਪ ਆਪਣੇ ਕਮਰੇ ਵਿੱਚ ਜਾ। ਮੈਂ ਨਹੀਂ ਜਾਂਦਾ, ਮੈਨੂੰ ਜਵਾਬ ਚਾਹੀਦਾ ਹੈ। ਜਾਂਦਾ ਹੈ ਕਿ ਨਹੀਂ? ਪਿਤਾ ਨੂੰ ਏਦਾਂ ਚੀਕਦਾ ਹੋਇਆ ਵੇਖ ਕੁਨਾਲ ਡਰ ਗਿਆ ਅਤੇ ਉੱਥੋਂ ਦੀ ਚਲਾ ਗਿਆ। ਦਾਦੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੁਨਾਲ ਦੇ ਦਿਮਾਗ 'ਚ ਸੱਚਾਈ ਜਾਣਨ ਦੀ ਇੱਛਾ ਹੋਣ ਲੱਗੀ। ਰਾਤ ਹੋ ਗਈ ਸੀ। ਫਿਰ ਰਾਤ 3 ਵਜੇ। ਤੂੰ ਜੋ ਸਾਡੇ ਨਾਲ ਕੀਤਾ ਉਹ ਸਹੀ ਨਹੀਂ ਕੀਤਾ। ਇੱਥੋਂ ਦੀ ਜਾਂਦੀ ਕਿਉਂ ਨਹੀਂ ਹੈ ਤੂੰ? ਇਹ ਸਭ ਸੁਣ ਕੁਨਾਲ ਕਮਰੇ 'ਚੋਂ ਬਾਹਰ ਆਇਆ। ਇਸ ਵਾਰ ਉਹਨੂੰ ਪਤਾ ਸੀ ਕਿ ਆਵਾਜ਼ ਉਸੇ ਕਮਰੇ 'ਚੋਂ ਆ ਰਹੀ ਹੈ, ਪਰ ਉਹਨੇ ਕਿਸੇ ਹੋਰ ਦੀ ਵੀ ਆਵਾਜ਼ ਸੁਣੀ।
ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।